अस्सलाम वालेकुम जी, आप देख रहे हैं मुजरिम कौन और मैं शोएब अल्ताफ हूँ। नाज़रीन इकराम, 15 साल कबल एक कत्ल होता है और मुलजिम फरार हो जाता है। 15 साल बाद थाना सिटी तांदलियावाला पुलिस उस मुलजिम को हिरासत में लेती है। कत्ल होने वाला कौन था और कातिल कौन है, ये दिखाएंगे हम आपको आज के मुजरिम कौन। नाज़रीन, टीम मुजरिम कौन आज मौजूद है थाना सिटी तांदलियावाला में, जहां पुलिस की एक बड़ी कार्रवाई देखने में आई है। 15 साल कबल कत्ल का एक मुलजिम जो फरार हो गया था, पीओ था, इश्तिहारी था, उसे पुलिस ने ट्रेस आउट करके गिरफ्तार कर लिया है। आज से 15 साल कबल हुआ क्या था, किस लिए कत्ल किया गया, वजह अनाद क्या थी, ये जानते हैं। हमारे साथ मौजूद हैं मुद्दई मुकदमा और मकतूल के भाई। तफसीलात उनसे जानते हैं कि पता चले आज से 15 साल कबल आखिर हुआ क्या था। अस्सलाम वालेकुम भाई, अपना नाम बताइएगा। ਉਮਰ ਦਰਾਜ਼ ਸਰ ਮੇਰੇ ਨਾਂ ਹੈ। ਉਮਰ ਦਰਾਜ਼ ਭਾਈ, ਇਹ ਦੱਸੋ ਕੀ ਹੋਇਆ ਸੀ ਤੁਹਾਡੇ ਭਾਈ ਨੂੰ ਕਤਲ ਕੀਤਾ ਗਿਆ 15 ਸਾਲ ਪਹਿਲੇ? ਕੀ ਵਜ੍ਹਾ ਸੀ, ਕੀ ਦੁਸ਼ਮਣੀ ਸੀ, ਕਿਹੜੀ ਐਸੀ ਗਲਤੀ ਹੋ ਗਈ ਸੀ ਤੁਹਾਡੇ ਭਾਈ ਕੋ ਕਿ ਉਹਨੂੰ ਨਾਹਕ ਕਤਲ ਕਰਤਾ ਗਿਆ? ਕੋਈ ਦੁਸ਼ਮਣੀ ਨਹੀਂ, ਕੋਈ ਵਜ੍ਹਾ ਨਹੀਂ। ਇੱਕ ਉਹ ਜ਼ਮੀਨ ਵਾਹਣ ਦੀ ਗੱਲ ਆਈ ਤੇ ਟਰੈਕਟਰ ਵਾਲੇ ਕੋਲੋਂ ਕੋਈ ਬੰਨੇ ਤੇ ਹਲ ਚੜ ਗਈ ਹੈ। ਉਸ ਟਰੈਕਟਰ ਵਾਲੇ ਨੂੰ ਮਰਿੰਦਾ ਪਿਆ ਤੇ ਉਹਦੇ ਬੇਇੱਜ਼ਤ ਪਿਆ ਕਰਦਾ ਤੇ ਭਾਈ ਮੇਰੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਣ ਵਾਲਾ ਹੋ ਗਿਆ, ਇਸ ਨੂੰ ਪਰਾਂ ਦਫਾ ਕਰ ਤੇ ਨਾ ਜ਼ਿਆਦਤੀ ਕਰ, ਲੇਕਿਨ ਉਸ ਨਹੀਂ ਮੰਨੀ। ਉਸ ਜਿਹੜਾ ਹੈਗਾ ਭਾਈ ਨੂੰ ਸਿੱਧਾ ਫਾਇਰ ਕਰ ਦਿੱਤਾ। ਅੱਛਾ, ਸਾਡੇ ਜਿਹੜੇ ਨਾਜ਼ਰੀਨ ਦੇਖ ਰਹੇ ਨੇ ਉਹਨਾਂ ਦੀ ਸਹੂਲਤ ਵਾਸਤੇ ਮੈਂ ਇਸ ਗੱਲ ਨੂੰ ਇਦਾਂ ਰਿਪੀਟ ਕਰਦਾ ਕਿ ਇੱਕ ਟਰੈਕਟਰ ਤੇ ਇੱਕ ਭਾਈ ਜਿਹੜਾ ਉਹ ਜ਼ਮੀਨ ਵਾਹ ਰਿਹਾ ਸੀ, ਉਹ ਜਿਹੜਾ ਬੰਨਾ ਹੁੰਦਾ ਦਰਮਿਆਨ 'ਚ ਪਾਰਟੀਸ਼ਨ ਜਿਹੜੀ ਹੁੰਦੀ ਉੱਤੇ ਉਹਦਾ ਹੱਲ ਚੜ ਗਿਆ ਜਾਂ ਉਹ ਬੰਨਾ ਵਾਹਿਆ ਗਿਆ। ਉਹ ਜ਼ਮੀਨ ਵਾਲਾ ਜਿਹਦੇ ਬੰਨੇ ਤੇ ਟਰੈਕਟਰ ਚੜ ਗਿਆ, ਉਹ ਟਰੈਕਟਰ ਵਾਲੇ ਨੂੰ ਬੁਰਾ ਭਲਾ ਕਹਿ ਰਿਹਾ ਸੀ, ਮਾਰ ਰਿਹਾ ਸੀ, ਕੁੱਟ ਰਿਹਾ ਸੀ। ਤੇ ਤੁਹਾਡੇ ਭਾਈ ਨੇ ਖੁਦਾ ਤਰਸੀ ਕਰਦਿਆਂ ਹੋਇਆ ਉਹਨੂੰ ਕਿਹਾ ਕਿ ਚੱਲ ਜਾਣ ਦੇ, ਜਿਹੜਾ ਨੁਕਸਾਨ ਹੋ ਗਿਆ ਉਹ ਹੋ ਗਿਆ, ਇਹਨੂੰ ਹੁਣ ਨਾ ਮਾਰ। ਸਿਰਫ ਇਸ ਜੁਰਮ ਦੀ ਸਜ਼ਾ ਏਡੀ ਵੱਡੀ ਮਿਲੀ ਕਿ ਤੁਹਾਡੇ ਭਾਈ ਨੂੰ ਜਿਹੜਾ ਨਾ ਉਹ ਕਤਲ ਕਰਤਾ ਗਿਆ। ਇਸ ਜੁਰਮ ਦੀ ਸਜ਼ਾ ਮਿਲੀ ਹੈ। ਕੋਈ ਉਹਦੀ ਅਨਾਰ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਸਾਡਾ ਲੈਣ ਦੇਣ ਨਹੀਂ, ਕਿਸੇ ਕਿਸਮ ਦਾ ਸਾਡੇ ਨਾਲ ਉਹਦਾ ਕੋਈ ਤਨਾਜ਼ਾ ਮੁਤਾਲਬਾ ਨਹੀਂ ਹੈ। ਇਸ ਤੋਂ ਪਹਿਲੇ ਮਤਲਬ ਕਿਸੇ ਤਰ੍ਹਾਂ ਦਾ ਕੋਈ ਝਗੜਾ, ਕੋਈ ਲੜਾਈ ਝਗੜਾ ਕਿਸੇ ਕਿਸਮ ਦਾ ਕੋਈ ਨਹੀਂ ਉਹਦੇ ਨਾਲ ਸਾਡਾ। ਮੇਰੇ ਭਾਈ ਨੂੰ ਜਿਹੜਾ ਬਿਲਾ ਵਜ੍ਹਾ ਕਤਲ ਕਰਕੇ ਜਦ ਉਹ ਨਾਲ ਬੱਚੀ ਹੁੰਦੇ ਆਈ, ਉਹ ਬੱਚੀ ਜਿਹੜੀ ਜਦੋਂ ਭਾਈ ਮੇਰਾ ਡਿੱਗ ਪਿਆ, ਉਹਦੇ ਵਾਲੇ ਦੇ ਉੱਤੇ ਬੱਚੀ ਡਿੱਗੀ ਹੈ, ਉਸ ਬੱਚੀ ਨੂੰ ਵੀ ਉਸ ਫਾਇਰ ਮਾਰਿਆ, ਉਹਨੂੰ ਜ਼ਖਮੀ ਕਰਕੇ ਤੇ ਮੌਕੇ ਤੇ ਫਰਾਰ ਹੋ ਗਿਆ। ਅੱਛਾ, ਬੱਚੀ ਵੀ ਜ਼ਖਮੀ ਹੋਈ ਹੈ ਇਸ ਵਕੂਏ? ਬੱਚੀ ਵੀ ਜ਼ਖਮੀ ਹੋਈ ਹੈ ਸਰ, ਲੇਕਿਨ ਅੱਲਾਹ ਤਾਲਾ ਨੇ ਉਹਦੀ ਜਾਨ ਬਚਾ ਲਈ। ਅੱਲਾਹ ਤਾਲਾ ਜਾਨ ਬਚਾਈ ਹੈ, ਲੇਕਿਨ ਉਹ ਜ਼ਖਮੀ ਕਰਕੇ ਤੇ ਬੱਚੀ ਨੂੰ। ਆਪ ਫਿਰ ਇਹ ਜਿਹੜਾ ਮੁਲਜ਼ਮ ਹੈ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਸੀ ਜਾਂ ਉੱਥੇ ਰਿਹਾ? ਤੁਹਾਨੂੰ ਕਿੱਦਾਂ ਇਤਲਾਹ ਮਿਲੀ ਹੈ? ਸਾਨੂੰ ਬਸ ਇਹ ਦਿਨੇ ਦਾ ਸ਼ਾਮ ਦਾ ਹੀ ਵਾਕਿਆ ਆ ਗਿਆ, ਤੇ ਮਤਲਬ ਹੈ ਕਿ ਜਿਹੜਾ ਹੈ ਗਿਆ ਨਜ਼ਦੀਕ ਉਸੇ ਟਾਈਮ ਹੀ ਸਾਨੂੰ ਪਤਾ ਲੱਗ ਗਿਆ ਜੋ ਆਇਆ ਹੈ, ਗੱਲ ਹੋਈ ਹੈ। ਮੌਕੇ ਤੋਂ ਹੀ ਇਹ ਕੰਮ ਕਰਦਿਆਂ ਹੋਇਆਂ ਉਹ ਫਰਾਰ ਹੋ ਗਿਆ। ਜਿਸ ਟਾਈਮ ਤੁਸੀਂ ਮੌਕੇ ਤੇ ਪਹੁੰਚੇ ਹੋ, ਜਾਏ ਵਾਰਦਾਤ ਤੇ ਪਹੁੰਚੇ ਹੋ, ਉਸ ਟਾਈਮ ਤੱਕ ਤੁਹਾਡੇ ਭਾਈ ਜਿਹੜਾ ਉਹ ਜ਼ਿੰਦਾ ਸੀ ਜਾਂ ਇਸ ਦੁਨੀਆ ਤੋਂ ਰੁਖਸਤ ਹੋ ਗਿਆ? ਨਹੀਂ, ਉਹਦੀ ਮੌਕੇ ਤੇ ਡੈਥ ਨਹੀਂ ਹੋਈ। ਉਹ ਸੀ ਉਹਨੂੰ ਗੱਡੀ ਮੰਗਵਾਈ ਹੈ, ਗੱਡੀ 'ਚ ਗੱਤਿਆ ਹੈ, ਗੱਡੀ 'ਚ ਆਉਂਦਿਆਂ ਹੀ ਤਾਂਦਲਿਆਂ ਵਾਲੇ ਅਜੇ ਨਹੀਂ ਪਹੁੰਚਿਆ, ਰਸਤੇ 'ਚ ਹੀ ਆ ਉਹਦੀ ਡੈਥ ਹੋ ਗਈ। ਇਹ ਅੱਜ ਤੋਂ ਤਕਰੀਬਨ 15 ਸਾਲ ਪਹਿਲੇ, ਤਕਰੀਬਨ ਕਹਿ ਲਓ 2010 ਦਾ ਵਾਕਿਆ ਹੈ। ਸਨ 2010 ਦਾ 6ਵਾਂ ਮਹੀਨਾ 27 ਤਰੀਕ ਦਾ ਇਹ ਅਸਲ ਹਕੀਕਤ ਵਾਕਿਆ ਹੈ। ਇਹ ਭਾਈ ਜਿਹੜੇ ਤੁਹਾਡੇ ਕਤਲ ਹੋਏ ਨੇ, ਤੁਹਾਡੇ ਤੋਂ ਵੱਡੇ ਸੀ ਜਾਂ ਛੋਟੇ? ਇਹ ਮੇਰੇ ਭਾਈ ਗੁਲਾਮ ਅਬਾਸ ਉਹ ਕਤਲ ਹੋਣ ਵਾਲੇ ਮੈਥੋਂ ਵੱਡੇ ਨੇ। ਤੁਹਾਡੇ ਤੋਂ ਵੱਡੇ ਸੀ। ਇਹ ਉਸ ਟਾਈਮ ਸ਼ਾਦੀशुदा ਸੀ? ਉਸ ਟਾਈਮ ਇਹ ਸ਼ਾਦੀशुदा ਨੇ। 4 ਬੱਚੀਆਂ ਨੇ ਉਹਦੇ ਕੋਲ ਤੇ 2 ਬੱਚੇ ਆਸੂ। ਬਾਕੀ ਜਿਹੜਾ ਬੱਚਾ ਹਾ ਉਸ ਵੇਲੇ ਮਾਂ ਦੇ ਬੱਚਾ ਇੱਕ 15 ਦਿਨ ਬਾਅਦ ਉਹਦੀ ਡੈਥ ਹੋਣ ਤੋਂ 15 ਦਿਨ ਬਾਅਦ ਉਹਨੂੰ ਬੱਚਾ ਤੀਸਰਾ ਮਿਲਿਆ। 7 ਬੱਚੇ ਹਨ। 7 ਬੱਚੇ ਨੇ ਔਰ ਬਹੁਤ ਔਖੇ ਡੰਗ ਕੱਢੇ ਨੇ। ਬਹੁਤ ਮਿਹਨਤ ਮਜ਼ਦੂਰੀ ਨਾਲ ਲੋਕਾਂ ਦੇ ਘਰਾਂ 'ਚ ਕੰਮ ਕਰਕੇ, ਲੋਕਾਂ ਦੇ ਮੁਰਬਿਆਂ 'ਚ ਕੰਮ ਕਰਕੇ ਇੱਕ ਬੱਚੇ ਦਾ ਬਾਜ਼ੂ ਜਿਹੜਾ ਹੈ ਗਿਆ, ਜਦੋਂ ਪਰਾਈ ਮੁਸ਼ੱਕਤ ਕਰਨੀ ਉੱਥੇ ਮਤਲਬ ਕੰਮ ਕਰਾਉਣ ਨਾਲ ਜਾਂ ਉਹਦੇ ਕੰਮ ਕਰਾਉਣ ਨਾਲ ਉਹਦਾ ਬਾਜ਼ੂ ਕੱਟਿਆ ਗਿਆ ਹੈ। ਇਹ ਬੱਚਾ ਇਸ ਟਾਈਮ ਇੱਥੇ ਮੌਜੂਦ ਖੜਾ ਹੈ। 15 ਸਾਲ ਇੱਕ ਖਾਤੂਨ ਜਿਹਦੇ ਛੋਟੇ ਛੋਟੇ 6 ਬੱਚੇ ਨੇ, 7ਵਾਂ ਬੱਚਾ ਜਿਹਨੇ ਅੱਖ ਖੋਲ੍ਹੀ ਉਹਨੇ ਯਤੀਮੀ 'ਚ ਅੱਖ ਖੋਲ੍ਹੀ, ਔਰ 15 ਸਾਲ ਉਹਨਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ। ਜ਼ਾਹਿਰ ਹੈ ਟਫ, ਬਹੁਤ ਮੁਸ਼ਕਿਲ ਹੁੰਦਾ ਹੈ। ਤੁਸੀਂ ਖੁਦ ਵੀ ਬਾਲ ਬੱਚੇਦਾਰ ਹੋ? ਬਿਲਕੁਲ, ਮੈਂ ਵੀ ਬਾਲ ਬੱਚੇਦਾਰ ਹਾਂ ਖੁਦ ਵੀ। ਫਿਰ ਮੁਸ਼ਕਿਲ ਹੋ ਜਾਂਦਾ ਹੈ ਨਾ, ਇਤਨੇ ਸਾਰੇ ਵੱਡਾ ਕਬੀਲਾ ਜਿਹੜਾ ਇੰਨਾ ਵੱਡਾ ਘਰ, ਉਹਨੂੰ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਵਾਲਦਾ ਕਰੀਬ ਸ਼ਾਦੀ ਹੋਈ ਹੈ ਮੇਰੇ ਕੋਲ ਇਸ ਟਾਈਮ, ਮਤਲਬ ਹੈ ਕਿ 8 ਬੱਚੇ ਨੇ, ਬੱਚੀਆਂ ਬੱਚੇ ਨੇ, ਛੋਟੇ ਛੋਟੇ ਨੇ। ਉਹਨਾਂ ਨੂੰ ਪਾਲਣਾ,
ਭਾਈ ਦੇ ਬੱਚਿਆਂ ਦੀ ਦੇਖਭਾਲ ਕਰਨੀ। ਮੈਂ ਬਹੁਤ ਔਖਾ ਵਕਤ ਗੁਜ਼ਾਰਿਆ ਹੈ ਤੇ ਇਸ ਮੰਜ਼ਲ ਤਾਈਂ ਬਹੁਤ ਔਖਾ ਪਹੁੰਚਿਆ। ਤੁਸੀਂ ਆਪ ਕੀ ਕੰਮ ਕਰਦੇ ਹੋ? ਮੈਂ ਮਾਮੂਲੀ ਜਿਹਾ ਇੱਕ ਜ਼ਿਮੀਂਦਾਰਾ ਕਰਨਾ, ਜ਼ਿਮੀਂਦਾਰਾ ਕਰਦੇ ਹੋ? ਅਨਪੜ੍ਹ ਹਾਂ, ਪੜ੍ਹਿਆ ਲਿਖਿਆ ਵੀ ਨਹੀਂ। ਔਰ ਬੱਚੇ ਹਲੇ ਸਾਰੇ ਛੋਟੇ ਨੇ? ਬੱਚੇ ਅਜੇ ਸਾਰੇ ਹੀ ਛੋਟੇ ਨੇ। 15 ਸਾਲ ਅਰਸੇ ਤੋਂ ਹੁਣ ਅੱਜ ਮਤਲਬ ਹੈ ਕਿ ਕੁਝ ਸਮਾਂ ਚ ਆ ਰਹੇ ਨੇ, ਉਸ ਟਾਈਮ ਬਿਲਕੁਲ ਹੀ ਛੋਟੇ ਬੱਚੇ ਆ। ਹੁਣ ਇਹ ਮੁਲਜ਼ਮ ਜਿਹੜਾ ਹੈ ਇਹ ਗ੍ਰਿਫਤਾਰ ਹੋ ਗਿਆ ਹੈ, ਕੁਛ ਦਿਲ ਨੂੰ ਥੋੜੀ ਜਿਹੀ ਤਸੱਲੀ, ਜਿਹਨੂੰ ਅਸੀਂ ਕਹਿੰਦੇ ਕਿ ਜ਼ਖਮ ਦੇ ਉੱਤੇ ਥੋੜਾ ਜਿਹਾ ਮਰਮ ਰੱਖਿਆ ਗਿਆ, ਕੋਈ ਠੰਡ ਪਈ ਹੈ ਥੋੜੀ ਜਿਹੀ? ਬਿਲਕੁਲ ਉਹ ਮੈਂ ਅੱਗੇ ਨਾਲੋਂ ਮੇਰੀ ਅੱਧੋ ਅੱਧ ਪਰੇਸ਼ਾਨੀ ਜਿਹੜੀ ਹੈ ਨਾ ਕੰਮ ਹੋ ਗਈ ਹੈ। ਇਸ ਇਸ਼ਤਿਹਾਰੀ ਉਹਦੇ ਹੋਵਣ ਦੇ ਲੱਗੇ ਬੰਦੇ ਨਾਲ ਬਹੁਤ ਪਰੇਸ਼ਾਨੀ ਆਈ, ਬਹੁਤ ਡਰ ਆ, ਲੇਕਿਨ ਇਸ ਟਾਈਮ ਉਸ ਨਾਲੋਂ ਮੈਨੂੰ ਕਾਫੀ ਫਰਕ ਪੈ ਗਿਆ ਹੈ। ਹੁਣ ਮੈਨੂੰ ਮਤਲਬ ਹੈ ਕਿ ਇਸ ਹਕੂਮਤ ਤਾਂਦਲਿਆਂ ਵਾਲੇ ਦੀ, ਫੈਸਲਾਬਾਦ ਦੀ, ਇਹਨਾਂ ਮੇਰਾ ਬਹੁਤ ਸਾਥ ਦਿੱਤਾ ਹੈ। ਮੈਂ ਤੁਹਾਨੂੰ ਇਹ ਪੁੱਛਣ ਲੱਗਾ ਸੀ ਕਿ ਜਦੋਂ ਇਹ ਵਕੂਆ ਹੋਇਆ, ਵਕੂਏ ਤੋਂ ਲੈ ਕੇ ਤੇ ਇਹ ਹੁਣ 15 ਸਾਲ ਬਾਅਦ ਇਹ ਮੁਲਜ਼ਮ ਗ੍ਰਿਫਤਾਰ ਹੋਇਆ, ਪੁਲਿਸ ਦਾ ਕੀ ਕਿਰਦਾਰ ਰਿਹਾ? ਤੁਹਾਡੇ ਨਾਲ ਤਾਵਨ ਕੀਤਾ ਹੈ ਪੁਲਿਸ ਨੇ, ਨਹੀਂ ਕੀਤਾ? ਤੁਹਾਡੀ ਗੱਲ ਸੁਣੀ ਹੈ, ਨਹੀਂ ਸੁਣੀ? ਇਹ ਪੁਲਿਸ ਦਾ ਰਵੱਈਆ ਕਿਸ ਤਰ੍ਹਾਂ ਦਾ ਰਿਹਾ? ਪੁਲਿਸ ਦਾ ਰਵੱਈਆ ਜਿਹੜਾ ਹੈ ਗਿਆ, ਬਸ ਜਿਹੜਾ ਇਹਨੇ ਖਾਸ ਦਿਲਚਸਪੀ ਕਿਨਾਂ ਅਫਸਰਾਂ ਨਹੀਂ ਲਈ, ਕਿਨਾਂ ਲਈ ਹੈ, ਕਿਨਾਂ ਦੇ ਮਤਲਬ ਹੈ ਕਿ ਐਸਾ ਮਤਲਬ ਹੈ ਕਿ ਉਹਦਾ ਪਤਾ ਸੋਰੀ ਨਾ ਲੱਗਦਾ। ਇੱਕ ਵਾਰੀ ਅਸੀਂ ਜਿਹੜਾ ਹੈ ਗਿਆ ਸਾਨੂੰ ਪਤਾ ਲੱਗਾ ਹੈ ਕਿ ਕਰਾਚੀ ਰਹਿ ਰਿਹਾ ਹੈ, ਪੁਲਿਸ ਦੇ ਹਿਸਾਬ ਨਾਲ ਹੀ ਲੋਕੇਸ਼ਨ ਲਈ ਕਰਾਚੀ ਦਾ ਪਤਾ ਲੱਗਾ। ਉਸ ਟਾਈਮ ਅਸੀਂ ਜਿਹੜਾ ਹੈ ਗਿਆ ਕਰਾਚੀ ਜਿਹੜਾ ਹੈ ਗਿਆ, ਮੈਂ ਪੁਲਿਸ ਨੂੰ ਲੈ ਕੇ ਗਿਆ, ਉੱਥੇ ਰੇਡ ਅਸਾਂ ਕੀਤਾ ਹੈ ਗਿਆ, ਲੇਕਿਨ ਅਸੀਂ ਹਫਤਾ ਉੱਥੇ 5-7 ਦਿਨ ਗੁਜ਼ਾਰੇ ਨੇ, ਸਾਨੂੰ ਇਹਦੀ ਗ੍ਰਿਫਤਾਰੀ ਨਹੀਂ ਹਾਸਿਲ ਹੋਈ। ਅੱਛਾ, ਇੱਕ ਦਫਾ ਪਹਿਲੇ ਵੀ ਮਤਲਬ ਤੁਸੀਂ ਜਾ ਕੇ ਕਰਾਚੀ ਔਰ ਪੁਲਿਸ ਨੂੰ ਨਾਲ ਜਾ ਕੇ ਤੇ ਇੱਕ ਦਫਾ ਰੇਡ ਕਰ ਚੁੱਕੇ? ਜਾਂ ਇੱਕ ਦਫਾ ਪਹਿਲੇ ਵੀ ਅਸੀਂ ਰੇਡ ਕਰ ਚੁੱਕੇ ਹਾਂ। ਔਰ ਫਿਰ ਉਸ ਟਾਈਮ ਨਹੀਂ ਲੱਭਾ? ਉਸ ਟਾਈਮ ਨਹੀਂ ਲੱਭਾ, ਅਸੀਂ ਨਾਕਾਮ ਹੋ ਕੇ ਵਾਪਸ ਆ ਗਏ। ਹੁਣ ਜਦੋਂ ਇਹ ਹਿਰਾਸਤ 'ਚ ਜ਼ਾਹਿਰ ਹੈ, ਇਹਦੇ ਖਿਲਾਫ ਪੂਰੀ ਕਾਰਵਾਈ ਵੀ ਕਰ ਰਹੀ ਹੈ ਪੁਲਿਸ, ਕੀ ਕਹਿੰਦੇ ਹੋ ਕਾਮੇ ਬਾਲਾ ਨੂੰ? ਵਜ਼ੀਰ ਆਲਾ ਸਾਡੀ ਨੇ, ਜ਼ਾਹਰਾ ਖੁਦ ਵੀ ਬੱਚਿਆਂ ਵਾਲੀ ਨੇ, ਖਾਤੂਨ ਨੇ ਇੱਕ, ਉਹਨਾਂ ਨੂੰ IG ਪੰਜਾਬ ਸਾਹਿਬ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਕੀ ਉਹਨਾਂ ਤੋਂ ਉਹਨਾਂ ਦੇ ਗੋਸ਼ਗੁਜ਼ਾਰ ਕੀ ਕਰਨਾ ਚਾਹੁੰਦੇ? ਜੇ ਸਾਡੀ ਵਜ਼ੀਰ ਆਲਾ ਜਾਂ IG ਪੰਜਾਬ ਤਾਈਂ ਗੱਲ ਪਹੁੰਚਦੀ ਹੈ ਤੇ ਸਾਡੀ ਰਿਕੁਐਸਟ ਇਹ ਹੈ ਕਿ ਸਾਨੂੰ ਮਤਲਬ ਹੈ ਕਿ ਇਨਸਾਫ ਦੀ ਤਵੱਕੋ ਇਨਸਾਫ ਵਾਲਿਆ ਮਿਲਿਆ ਜਾਵੇ। ਜਿਤਨਾ ਇੱਕ ਅਸੀਂ ਤੰਗੀ ਗੁਜ਼ਾਰ ਰਹੇ ਹਾਂ, ਤਕਲੀਫ ਗੁਜ਼ਾਰ ਰਹੇ ਹਾਂ, ਸਾਡਾ ਉਸ ਦਾ ਇਜ਼ਹਾਰ ਕਰਨ ਤੇ ਸਾਡਾ ਜਿਹੜਾ ਹੱਕ ਹੈ ਉਹ ਸਾਨੂੰ ਸਾਡਾ ਪੂਰਾ ਕੀਤਾ ਜਾਵੇ। ਇਹ ਮੁਲਜ਼ਮ ਮਨਸ਼ੀਆਤ ਫਰੋਸ਼ ਵੀ ਹੈ, ਉਸ ਵਕਤ ਮਨਸ਼ੀਆਤ ਫਰੋਸ਼ ਵੀ ਆ ਤੇ ਇਸ ਡਕੈਤੀ ਵਾਰਦਾਤ ਵੀ ਕੀਤੀ ਹੈ। ਅੱਛਾ, ਮਤਲਬ ਤੁਹਾਡੇ ਨਾਲ ਜਾਂ ਤੁਹਾਡੇ ਖਾਨਦਾਨ ਦੇ ਨਾਲ ਇਹਦੀ ਕੋਈ ਪਰਸਨਲ ਪਹਿਲੇ ਦੁਸ਼ਮਣੀ ਨਹੀਂ ਸੀ, ਲੇਕਿਨ ਇਹਦੇ ਅਸੀਂ ਜਿਹਨੂੰ ਕਹਿੰਦੇ ਲੱਛਣ ਪੰਜਾਬੀ ਜਾਂ ਚਾਲ ਚੱਲਣ ਜਿਹੜੇ ਉਹ ਪਹਿਲੇ ਵੀ ਠੀਕ ਨਹੀਂ ਸੀ? ਇਹਦੇ ਕੁੱਲ ਚਾਲ ਚੱਲਣ ਬਿਲਕੁਲ ਖਰਾਬ ਆਣ, ਲੇਕਿਨ ਸਾਡੇ ਨਾਲ ਇਹਦੀ ਕੋਈ ਐਸੀ ਦੁਸ਼ਮਣੀ, ਕੋਈ ਅਨਾਰ ਨਹੀਂ ਕਿਸੇ ਕਿਸਮ ਦੀ। ਤੇ ਜਦੋਂ ਇਹਦੀ ਮਤਲਬ ਹੈ ਕਿ ਇਹ ਆਪਦੀ ਸੁਰਤ ਸੰਭਾਲੀ ਹੈ ਨਾ, ਇਸ ਗਲਤ ਕੰਮ ਹੀ ਕੀਤੇ ਨੇ, ਇਹ ਸਹੀ ਕੰਮ ਨਹੀਂ ਕੀਤੇ। ਮਨਸ਼ੀਆਤ ਫਰੋਸ਼ ਵੀ ਰਿਹਾ ਹੈ। ਉਸ ਤੋਂ ਇਲਾਵਾ ਇਸ ਡਕੈਤੀ ਜਿਹੜੀ ਹੈ, ਡਕੈਤੀ ਕੀਤੀ ਸੂ, ਡਕੈਤੀ ਦੇ ਦੌਰਾਨ ਫਾਇਰ ਵੀ ਮਾਰਿਆ ਸੂ, ਬੰਦਾ ਜ਼ਖਮੀ ਕੀਤਾ ਸੂ, ਆਈ ਸਮਝ। ਤੇ ਹੋਰ ਵੀ ਮਤਲਬ ਹੈ ਕਿ ਕਾਫੀ ਇਹਦੇ ਤੇ ਨਿੱਕੇ ਵੱਡੇ ਜਿਹੜੇ ਹਨ ਨਾ ਕੋਈ ਜੁਰਮ। ਹੁਣ ਜਿਹੜੀ ਮੌਜੂਦਾ ਪੁਲਿਸ ਹੈ, ਜਿੱਦਾਂ SHO ਸਾਹਿਬ ਨੇ, ਇਹਨਾਂ ਨੇ ਜ਼ਾਹਿਰ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਵੀ ਕਰਾਚੀੋਂ ਜਾ ਕੇ ਉਹਨੂੰ ਅਰੈਸਟ ਕੀਤਾ ਹੈ, ਮੁਤਮਿਨ ਹੋਣ? ਮੈਂ ਮੁਤਮਿਨ ਹਾਂ ਬਿਲਕੁਲ। ਮੈਂ ਸਾਰੇ SHO ਤੋਂ ਲੈ ਕੇ ਤੇ SP ਸਦਰ ਤੱਕ ਮੇਰੀ ਇਹਨਾਂ ਸਾਰਿਆਂ ਮਦਦ ਕੀਤੀ ਹੈ। ਖਾਸ ਔਰ ਖਾਸ ਮੇਰੀ SHO ਸਿਟੀ ਜਿਹੜਾ ਮੁਤਲਕਾ ਇਸ ਟਾਈਮ ਹੈ, ਉਸ ਮੇਰੀ ਬੜੀ ਕਦਰ ਕੀਤੀ ਹੈ। ਮੇਰੀ ਬੜੀ ਪਰੇਸ਼ਾਨੀ ਜਿਹੜੀ ਹੈ ਨਾ, ਉਹ ਕੰਮ ਉਹਦੇ ਹਿਸਾਬ ਨਾਲ ਹੋਈ ਹੈ ਤੇ ਮੈਂ ਉਸ 'ਤੇ ਖੁਸ਼ ਹਾਂ, ਰਾਜ਼ੀ ਹਾਂ। ਅੱਲਾ ਉਹਦੀ ਜ਼ਿੰਦਗੀ ਕਰੇ, ਉਹਨੂੰ ਤਰੱਕੀਆਂ ਦੇਵੇ। ਔਰ ਮੁਲਜ਼ਮ ਨੂੰ ਤੁਸੀਂ ਕੀ ਕਹਿੰਦੇ ਹੋ ਕਿ ਕੋਈ ਐਸਾ ਕੋਈ ਪ੍ਰੈਸ਼ਰ ਤਾਂ ਨਹੀਂ ਹੈ ਕਿਸੇ ਪਾਸਿਓਂ, ਕੋਈ ਪੋਲੀਟੀਕਲ, ਕੋਈ ਸਿਆਸੀ, ਕੋਈ ਇੱਧਰੋਂ ਮਹੱਲੇਦਾਰਾਂ ਤੋਂ ਕਿ ਜੀ ਕੋਈ ਗੱਲ ਨਹੀਂ ਸੁਲ੍ਹਾ ਕਰ ਲਓ ਵਗੈਰਾ, ਜਾਂ ਤੁਸੀਂ ਪੂਰਾ ਇਨਸਾਫ ਚਾਹੁੰਦੇ ਹੋ ਕਿ ਉਹਨੂੰ ਸਜ਼ਾ ਹੋਵੇ ਹੀ ਹੋਵੇ? ਨਹੀਂ ਸਰ, ਸਾਡੇ ਤੋਂ ਮਤਲਬ ਹੈ ਕਿ ਪ੍ਰੈਸ਼ਰ ਉਹ ਕਈ ਦਫਾ ਪਿਆ ਵੀ ਹੈ, ਲੇਕਿਨ ਹੁਣ ਉਹ ਪ੍ਰੈਸ਼ਰ ਜਿਹੜਾ ਹੈ ਉਹ ਕੋਈ ਨਹੀਂ। ਖਾਸ ਮਤਲਬ ਹੈ ਕਿ ਸਾਡੀ ਬਿਆਦਰੀ ਦਾ, ਸਾਡੇ ਰਿਸ਼ਤੇਦਾਰਾਂ ਦਾ, ਉਹਨਾਂ ਨੂੰ ਖੁਦ ਪਤਾ ਹੈ ਕਿ ਇਹ ਜ਼ਿਆਦਤੀ ਕੀਤੀ ਹੈ ਤੇ ਬੜੀ ਜ਼ਿਆਦਤੀ ਕੀਤੀ ਸੂ, ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲੀ ਜਾਵੇ, ਆਈ ਸਮਝ। नाज़रीन इकराम, 15 साल कबल कत्ल का इश्तिहारी मुलजिम पुलिस ने गिरफ्तार कर लिया। मुलजिम पुलिस की हिरासत में है, लेकिन सवाल यहाँ पे बहुत बड़े बड़े हैं। टीम मुजरिम कौन अक्सर ये बात करती है कि हम अपने रवैयों में ठहराव कब लाएंगे, कब तक ये अदम बर्दाश्त और इस तरह के रवैये जो हैं वो इंसानी जानों के
ज़िया का सबब बनते रहेंगे। इस स्पेसिफिक केस में बात सिर्फ इतनी है कि एक किसान ट्रैक्टर पे हल चला रहा है, थोड़ा सा ज़मीन से चंद फिट ट्रैक्टर दूर निकल जाता है, ज़मीन का मालिक आता है और ट्रैक्टर सवार को तशद्दुद का निशाना बनाना शुरू कर देता है। एक शख्स जो वहाँ से गुज़र रहा है वो इंटरवीन करता है, खुदा तरसी करता है और उसे तशद्दुद से मना करता है। यही उसका जुर्म है। क्या खल्के खुदा का भला चाहना जुर्म है? क्या किसी को गुनाह से रोकना जुर्म है? क्या और ये क्या इतना बड़ा जुर्म है कि इसकी सज़ा मौत हो? मुल्ज़िम ज़ेरे हिरासत है, उसके ख़िलाफ़ कानून हरकत में भी है, लेकिन कब उसे ऐसी सज़ा मिलेगी कि बाकियों को इबरत हो और ऐसे जराइम में कमी आ सके। नाजरीन, इलाका है तांदलियांवाला का और थाना है सिटी। 2010 का वक्त है। एक शख्स जिसका नाम गुलाम अब्बास है कत्ल कर दिया जाता है। मुल्ज़िम पुलिस से राह फरार इख्तियार करता है और रुपोश हो जाता है। गुलाम अब्बास की फैमिली 15 साल तक इंतज़ार करती है कि उन्हें इंसाफ कब मिलेगा, कब मुल्ज़िम ज़ेरे हिरासत होगा। आखिर 2025 आ जाता है और थाना सिटी तांदलियांवाला पुलिस हरकत में आती है। 15 साल के बाद उसी कत्ल के इश्तिहारी मुल्ज़िम को गिरफ्तार कर लिया जाता है। मुल्ज़िम ज़ेरे हिरासत है। 15 साल कबल बेवा होने वाली खातून और यतीम होने वाले बच्चे टीम मुजरिम कौन के साथ इस वक्त मौजूद हैं। उनसे जानते हैं ये 15 साल 15 सदियों के बराबर थे या नहीं, कैसे वक्त गुजरा, कैसे कैसे मसाइब का सामना करना पड़ा और एक घर के सरबराह के बगैर इनका ये वक्त जो है वो कैसे गुजरा। अस्सलाम वालेकुम जी, अपना नाम दस्सिओ। अख्तर बीबी, तुसी गुलाम अब्बास दी बेवा हो। 2010 ਚ ਉਹਨਾਂ ਦਾ ਕਤਲ ਹੋਇਆ, ਕੀ ਗੱਲ ਬਣੀ ਸੀ, ਕਿੱਦਾਂ ਉਹ ਕਤਲ ਕੀਤੇ ਗਏ? ਗੱਲ ਕੋਈ ਨਹੀਂ, ਕਿਸੇ ਦੀ ਜ਼ਮੀਨ ਉਹਨੇ ਵਾਹੀ, ਮੁਸਲੀਆਂ ਦਾ ਟਰੈਕਟਰ ਆ, ਉਹਨਾਂ ਨੇ ਚਾਟਾਂ ਚੁੱਟਾਂ ਮਾਰੀਆਂ ਨੇ, ਬੰਦੂਕ ਚਾਹ ਕੇ ਫਾਇਰ ਕੱਢਣ ਲੱਗੇ ਨੇ ਤੇ ਮੇਰੇ ਮੀਆਂ ਉਹਨਾਂ ਨੂੰ ਰੋਕਿਆ ਕਿ ਪਹਿਲੀ ਗੱਲ ਹੈ ਉਹ ਗਰੀਬ ਬੰਦਾ ਹੈ, ਮਜ਼ਦੂਰੀ ਤੇ ਗਿਆ ਹੋਇਆ ਤੇ ਇਹ ਸੁਬਹ ਅਸੀਂ ਤੁਹਾਨੂੰ ਨਾ ਬੰਨਾ ਬਣਾ ਕੇ ਦਿਸਾਂ ਚਾ ਤੇ ਲੜਾਈ ਦੀ ਕੋਈ ਜ਼ਰੂਰਤ ਨਹੀਂ। ਉਹ ਫੋਕੇ ਫਾਇਰ ਕੱਢਣ ਲੱਗ ਪਿਆ, ਜ਼ਮੀਨ 'ਚ ਕੱਢਿਆ ਫਾਇਰ, ਹੋਰ ਵੀ ਬੰਦੇ ਜ਼ਖਮੀ ਹੋ ਗਏ ਨੇ। ਇਹ ਸਾਨੂੰ ਸਾਡੀ ਪਹਿਲੇ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਿ ਇੱਕ ਤੁਹਾਡੀ ਬੇਟੀ ਵੀ ਨਾਲ ਜ਼ਖਮੀ ਬੇਟੀ ਵੀ ਨਾਲ ਆਈ, ਮੇਰੀ ਬੇਟੀ ਦੇ ਪੈਰ ਦੇ ਗਿੱਟੇ 'ਚ ਲੱਗਾ ਫਾਇਰ। ਜ਼ਖਮੀ ਹੋ ਗਈ? ਹਾਂਜੀ, ਉਹ ਜ਼ਖਮੀ ਹੋ ਗਈ। ਉਸ ਥੱਲੇ ਲੱਥੇ ਨਗੂ ਵਗਦੇ ਬਰੇਸਟ ਮਾਰੇ ਨੇ, ਉਹ ਤਾਂ ਲੱਥੇ ਨੇ ਕਿ ਅਸੀਂ ਫਾਦ ਲੈਨੇ ਨੇ, ਰੋਕਨੇ ਆ, ਰੋਕਣ ਦੀ ਕੋਸ਼ਿਸ਼ ਤੇ ਲੇਕਿਨ ਉਹਨਾਂ ਨੇ ਗੁੱਸਾਵਾਂ ਬਰੇਸਟ ਮਾਰਿਆ, ਉੱਥੇ ਖਤਮ ਹੋ ਗਏ। ਨਸੀ ਕੋਲ ਕੋਈ ਵੀ ਕੋਈ ਨਸੇ। ਉਸ ਟਾਈਮ ਤੁਸੀਂ ਨਜ਼ਦੀਕ ਨਹੀਂ ਸੀ? 2-3 ਬੰਦੇ ਜਿਹੜੇ ਹਨ ਉਹ ਹੀ ਗਵਾਹ ਵੀ ਬਣੇ ਹੋਏ ਨੇ, ਹੋਰ ਕੋਈ ਵੀ ਨਹੀਂ। ਜਦੋਂ ਤੁਹਾਨੂੰ ਇਤਲਾਹ ਮਿਲੀ ਹੈ ਕਿ ਇਹ ਵਕੂਆ ਹੋ ਗਿਆ, ਤੁਹਾਡੀ ਫਿਰ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ? ਨਹੀਂ ਜੀ, ਕੋਈ ਗੱਲਬਾਤ। ਤੁਹਾਨੂੰ ਸਿਰਫ ਉਹਨਾਂ ਦੀ ਫਿਰ ਡੈਡ ਬੋਡੀ ਮਿਲੀ? ਡੈਡ ਬਾਡੀ ਮਿਲੀ ਸਿਰਫ ਨਾ, ਅਸੀਂ ਗਿਆ ਨਾ ਤੇ ਮੁੱਦਾ ਹੋ ਕੇ ਡਿੱਗਾ ਪਿਆ, ਸਿੱਧਾ ਕੀਤਾ ਤੇ ਸਿਰਫ ਇੰਜ ਕੀਤਾ, ਇਸ ਬੋਲਣ ਦੀ ਗੁੰਜਾਇਸ਼ ਨਹੀਂ ਮਿਲੀ। ਅੱਜ ਤੋਂ 15 ਸਾਲ ਪਹਿਲੇ ਕਿੰਨੇ ਬੱਚੇ ਸੀ ਤੁਹਾਡੇ? ਸਾਡੇ ਕੋਲ, ਮੇਰੇ ਕੋਲ 6 ਬੱਚੇ ਨੇ। ਔਰ ਸਾਨੂੰ ਪਤਾ ਲੱਗਿਆ ਕਿ ਉਸ ਟਾਈਮ ਇੱਕ ਬੱਚਾ ਤੁਹਾਡੇ 6 ਬੱਚੇ ਸੀ, ਹੁਣ ਤੁਹਾਡੇ ਟੋਟਲ 7 ਬੱਚੇ ਨੇ। ਇੱਕ ਬੱਚੇ ਨੇ ਜਿਹੜੀ ਅੱਖ ਖੋਲੀ ਹੈ ਉਹ ਯਤੀਮੀ 'ਚ ਖੋਲੀ? ਯਤੀਮੀ 'ਚ ਖੋਲੀ, ਬਿਲਕੁਲ 10 ਦਿਨ ਪਹਿਲੇ ਉਹਦੀ ਬਾਅਦ ਵਿੱਚ ਪਦੇਸ਼ ਹੋਈ। ਵਾਲਦ ਦੇ ਦੁਨੀਆ ਤੋਂ ਜਾਣ ਤੋਂ 10-15 ਦਿਨ ਬਾਅਦ ਉਹਨੇ ਅੱਖ ਖੋਲੀ ਹੈ। ਕਿਸ ਤਰ੍ਹਾਂ 15 ਸਾਲ ਜਿਹੜੇ ਉਹ ਕਿੱਦਾਂ ਕੱਢੇ? ਫਿਰ ਬਹੁਤ ਔਖੇ ਕੱਢੇ ਨੇ, ਲੋਕਾਂ ਦੀਆਂ ਮਿਹਨਤਾਂ ਕਰਕੇ, ਘਰਾਂ ਵਿੱਚ ਕੰਮ ਕਰਕੇ, ਮੁਰਗਿਆਂ 'ਚ ਮਿਹਨਤ, ਕਿਸੇ ਦੇ ਮਟਰ ਚੁਗਣੇ, ਕਿਸੇ ਦੀ ਰੂਹ ਚੁਗਣੀ, ਕਿਸੇ ਦੀ ਜਵਾਰ ਲਾਪਣੀ, ਥਾਪੀ ਗੋਇਆ ਥਾਪ ਕੇ ਉਹ ਵੇਚਣਾ, ਇੰਜ ਕਰਕੇ ਬੱਚੇ ਪਾਲੇ ਨੇ। ਤੇ ਬੱਚੇ ਪੜ੍ਹੇ ਨਹੀਂ, ਸਕੂਲੇ ਨਹੀਂ ਭੇਜੇ? ਨਹੀਂ ਜੀ, ਸਿਰਫ ਇਸ ਤੋਂ ਕਿ ਉਹ ਗੁੰਜਾਇਸ਼ ਨਹੀਂ? ਮਿਹਨਤ ਕਰਕੇ ਨਾ ਤੇ ਕੇਸ ਦੀ ਪੈਰਵੀ ਪਹਿਲੇ ਕਰਦੇ ਰਿਹਾ ਤੇ ਬੱਚੇ ਪਾਲੇ ਨੇ, ਬਸ ਹੋਰ ਕੁਛ ਵੀ ਨਹੀਂ ਕਰ ਸਕੀ। ਅਗਰ ਗੁਲਾਮ ਅब्बास ਦੁਨੀਆ ਤੇ ਹੁੰਦਾ, ਜਿੰਦਾ ਹੁੰਦਾ ਤੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ? ਬੜਾ ਕੁਛ ਕਰਿਆ, ਉਹਦੀ ਬੜੀ ਖਵਾਇਸ਼ ਹੈ ਕਿ ਮੈਂ ਆਪ ਨਹੀਂ ਪੜ੍ਹਿਆ, ਮੈਂ ਆਪਦੇ ਬੱਚਿਆਂ ਸਭ ਨੂੰ ਪੜ੍ਹਾਇਆ, ਮੈਂ ਆਪਦੀ ਖਵਾਇਸ਼ ਪੂਰੀ ਕਰਨੀ, ਲੇਕਿਨ ਮੈਂ ਨਹੀਂ ਕਰ ਸਕੀ ਉਹਦੀ ਖਵਾਇਸ਼ ਪੂਰੀ। ਆ ਮੇਰਾ ਬੱਚਾ ਛੋਟਾ, ਇਹਨੂੰ ਮੈਂ ਕਿਸੇ ਦੇ ਕੰਮ 'ਚ ਛੱਡਿਆ ਹੋਇਆ, ਮੱਝੀਆਂ ਨੂੰ ਪੱਠੇ ਪਾਉਂਦਾ, ਕੁੱਤਰੇ ਲੱਗਾ, ਇਹਦਾ ਬਾਜ਼ੂ ਕੱਟਿਆ ਗਿਆ ਅੱਜ ਤੋਂ 6 ਸਾਲ ਪਹਿਲੇ। ਇਹ ਜਿਹੜਾ ਬੱਚਾ ਸਾਡੇ ਕੋਲ ਖੜਾ ਹੈ, ਇਹਦਾ ਬਾਜ਼ੂ ਕੱਟਿਆ ਗਿਆ? ਇਹਦਾ ਬਾਜ਼ੂ ਕੱਟਿਆ ਗਿਆ, ਮਜ਼ਦੂਰੀ ਦੇ ਦੌਰਾਨ ਕੱਟਿਆ ਗਿਆ? ਹਾਂਜੀ। ਹੁਣ ਇੱਕ ਹੱਥ ਨਾਲ ਵੀ ਇਹ 77 ਪਰ ਕੰਮ ਕਰਦਾ ਹੈ, ਔਰ ਗੁਜਰਾਂ ਦਾ ਸਤਿਆਣੇ ਦੇ ਲਾਗੇ ਹੈ ਫੈਕਟਰੀ ਮੇਲੇ, ਉੱਥੇ
ਪਰ ਇਹਨਾਂ 15 ਸਾਲਾਂ ਦੇ ਵਿੱਚ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਕਿਸੇ ਨੇ ਕੋਈ ਗੱਲਬਾਤ ਨਹੀਂ ਪੁੱਛੀ, ਸਾਥ ਨਹੀਂ ਦਿੱਤਾ ਜਾਂ ਸਾਥ ਪੁੱਛਦਾ ਜਦੋਂ ਕੋਈ ਗਰੀਬ ਹੋ ਜਾਵੇ ਉਹਦਾ ਕੋਈ ਵੀ ਸਾਥ ਨਹੀਂ ਦਿੰਦਾ। ਹੁਣ ਫੜਿਆ ਗਿਆ ਹੈ ਤੁਹਾਡਾ ਮੁਲਜ਼ਮ ਜਿਹੜਾ ਇਸ਼ਤਿਹਾਰੀ ਸੀ ਉਹ ਫੜਿਆ ਗਿਆ ਹੈ, ਕੁਛ ਥੋੜੀ ਜਿਹੀ ਦਿਲ ਨੂੰ ਤਸੱਲੀ ਹੋਈ ਹੈ? ਤਸੱਲੀ ਹੋਈ ਹੈ, ਹੁਕੂਮਤ ਵਾਲਿਆਂ ਨੇ ਬਹੁਤ ਸਾਡੀ ਮਦਦ ਕੀਤੀ ਹੈ ਤੇ ਅੱਗਾ ਵੀ ਮੈਨੂੰ ਇਹੀ ਚਾਹੀਦਾ ਕਿ ਮੈਨੂੰ ਇਨਸਾਫ ਮਿਲੇ। ਬੇਜੁਰਮਾਂ ਤੇ ਬੇਦੋਸ਼ਾਂ ਕਦੀ ਉਸ ਕਿਸੇ ਨਾਲ ਕੋਈ ਜ਼ਿਆਦਤੀ ਕਦੀ ਨਹੀਂ ਕੀਤੀ, ਲੇਕਿਨ ਕਿਸੇ ਨੂੰ ਵੀ ਕਰਨ ਨਾ ਦਿੰਦੇ, ਮਿਹਨਤ ਨਾਲ ਸੁਲਝਾ ਲੈਂਦੇ ਹਨ। ਇਹ ਜਿਹੜਾ ਤੁਹਾਡਾ ਮੁਲਜ਼ਮ ਹੈ ਇਹਦੀ ਕੋਈ ਪਹਿਲੇ ਵੀ ਤੁਹਾਡੇ ਨਾਲ ਦੁਸ਼ਮਣੀ ਹੈ? ਕੋਈ ਦੁਸ਼ਮਣੀ ਨਹੀਂ, ਆਉਣ ਜਾਉਣ ਸਭ ਕੁਛ ਆ, ਕੋਈ ਦੁਸ਼ਮਣੀ ਵੀ ਨਹੀਂ, ਲੇਕਿਨ ਇਹ ਮਨਸ਼ਿਆਤ ਦਾ ਕੰਮ ਕਰਦਾ, ਮਨਸ਼ਿਆਤ ਵੇਚਦਾ, ਉਸ ਦਿਨ ਹਰਾਮ ਸਿਰੇ ਚੜਿਆ ਹੋਇਆ। ਹੁਣ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਪੂਰੀ ਕਰਾਰ ਵਾਕਈ ਜਿਹੜੀ ਸਜ਼ਾ ਮਿਲੇ? ਸਜ਼ਾ ਮਿਲੇ ਬਸ, ਜਿਵੇਂ ਉਹ ਨਹੀਂ ਦੁਨੀਆ ਦਰਿਆ ਇਹ ਵੀ ਨਾ ਰਵੇ। ਮੈਂ ਹੱਥ ਜੋੜ ਕੇ ਆਨੇ ਮੇਰੇ ਬੱਚਿਆਂ ਨੂੰ ਇਨਸਾਫ ਮਿਲੇ, ਹੱਕ ਜੋੜੀ ਪਵੇ ਸਾਡਾ। ਮੈਂ ਗਰੀਬ ਬੜੀ ਹਾਂ, ਮੈਂ ਹੁਣ ਆਪ ਬਿਮਾਰ ਹਾਂ, ਮੈਂ ਮਿਹਨਤ ਵੀ ਨਹੀਂ ਕਰ ਸਕਦੀ। ਮੇਰੇ ਬੱਚੇ ਅੱਜ ਬੱਚਾ ਮਲਜ਼ੂਮ ਹੋ ਗਿਆ। ਬੇਟਾ ਤੁਹਾਡਾ ਇੱਕ ਹੀ ਹੈ? ਨਹੀਂ, 3 ਬੇਟੇ ਨੇ। ਇਸ ਤੋਂ ਵੱਡੇ ਨੇ? ਇੱਕ ਛੋਟਾ ਹੈ ਤੇ ਇੱਕ ਵੱਡਾ ਹੈ। ਇੱਕ ਉਹ ਬੱਚਾ ਹੈ ਜਿਹੜਾ ਉਹ ਉਹਨਾਂ ਦੇ ਤੋਂ ਬਾਅਦ ਪੈਦਾ ਹੋਇਆ? ਹਾਂਜੀ, ਉਹ ਛੋਟਾ ਹੈ ਤੇ ਵੱਡਾ ਜਿਹੜਾ ਉਹ ਵੀ ਹੁਣ ਕੰਮ ਤੇ ਗਿਆ ਤਾਂ ਦੀ ਵਜ੍ਹਾ ਤੋਂ ਨਹੀਂ ਆ ਸਕਿਆ। ਉਹਦਾ ਮਤਲਬ ਹੁਣ ਘਰ ਦਾ ਸਿਸਟਮ ਜਾਂ ਤੁਸੀਂ ਮਜ਼ਦੂਰੀ ਕਰਦੇ ਹੋ ਜਾਂ ਇੱਕ ਬੇਟਾ ਕਰਦਾ? ਹਾਂਜੀ, ਦਿਹਾੜੀ ਝਾਲ ਗੀਤ ਕਰ ਲਈ ਨਾ ਜल्दी ਤੇ ਬਸ ਬੱਚਾ ਵੀ ਵਿਹਲਾ ਹੀ है जुर्म ज़ईफ़ी की सज़ा मर्ग मफाजात। नाजरीन इकराम, ग़ुलाम अब्बास खुदा तरसी ना करता तो शायद ज़िंदा रहता, और अगर वो ज़िंदा रहता तो अपने बच्चों को तालीम दे पाता, लेकिन उसने खुदा तरसी की, उसने एक लड़ाई में इंटरवीन किया और सुलह जोई की कोशिश की, सुलह सफाई करवाने की कोशिश की, जिसका सिला उसे नागहानी मौत की सूरत में मिला। और मौत भी ऐसी कि 6 बच्चे यतीम हुए, 7वां बच्चा माँ के पेट में है जिसने आँख यतीमी में खोली, और वालिद के कत्ल के 10-12 दिन के बाद वो इस दुनिया में आया। क्या वो बच्चा जो यतीमी के साए में पलकर जवान हो रहा है वो इस मुआशरे की आंखों में आंखें डालकर बात कर सकेगा? क्या ये बच्चियाँ जिन्हें तालीम का हक सिर्फ इसलिए नहीं मिल सका कि वालिद के कत्ल के बाद वालिदा लोगों के घरों में काम करती थी अपनी रोज़ी रोटी के लिए और उसके पास वसाइल नहीं थे, क्या माँ के जैसी रियासत ज़िम्मेदार नहीं है ऐसे कातिलों को सज़ा दिलवाने की? मेरे साथ बच्चे मौजूद हैं, उनसे बात करते हैं। अस्सलाम वालेकुम बेटा, नाम बताना अपना। हसीना। क्या? हसीना मुबीन। बेटा, जब आपको याद है आपके बाबा जब कत्ल हुए? नहीं, मैं तब बहुत छोटी थी, मुझे बहुत छोटी थी। हाँ जी। कुछ थोड़ा बहुत याद है बाबा घर पे होते थे, कैसे दिखते थे, क्या बातें होती थी, या बहुत ज़्यादा छोटी थी? नहीं, मैं बहुत छोटी थी, मुझे नहीं पता। पढ़ने को दिल नहीं किया कभी? बहुत करता है, फिर पढ़ नहीं सकते आगे, क्यों नहीं पढ़ सकते? गुंजाइश नहीं है। गुंजाइश नहीं है? अगर पढ़ती तो क्या बनती? कुछ तो बनती। अपने बाबा, मैंने सोचा था कि अपने बाबा को के कातिल को पकड़ूंगी। पुलिस में जाना था? जी। नाजरीन, अल्फाज साथ छोड़ जाएं, होंठ कपकपाना शुरू हो जाएं और चुनाव मुश्किल हो जाए, तो इसका मतलब ये होता है कि जज्बात उस हद तक हैं जहां से आगे शायद बयान करना मुश्किल हो जाता है। ये बच्ची जिसे अपना वालिद याद नहीं है, शायद बहुत छोटी थी, अगर वसाइल होते, अगर वालिद सर पे होता तो ये कहती है कि मैं पढ़ लिख कर पुलिस में जाती, मैं कानून नाफिज करने वाले इदारों का हिस्सा बनती, लेकिन नहीं पढ़ सकी क्योंकि वसाइल नहीं थे। छोटे छोटे और बच्चे हैं। बेटा, अपना नाम बताओ। क्या? तंजीला अब्बास। बेटे, कितनी उम्र है आपकी? 10 साल। 10 साल तो नहीं बेटा, 16 साल। 16। पढ़े नहीं हो आप? नो। स्कूल नहीं गए हो? नहीं, क्यों? वैसे। वैसे ही नहीं गए, अम्मा ने भेजा नहीं? हाँ जी। आपका क्या नाम है बेटे? उमर हसनैन। उमर हसनैन। हाँ जी। उमर, क्या करते हो? मैं रोज़ी रोटी का काम करता हूँ दफ्तर। किस तरह का काम? वो कपड़े का काम है, गंदे कपड़े होते हैं उनको साफ़ कर कर। बाजू किस तरह कटा आपका? ये मैं कचरा काट रहा था, तो वो क्या कहते हैं, चारा काट रहे थे? चारा काट रहा था, तो उसके दौरान वो हाथ कटा गया। किसी के लिए, किसी के घर पे, किसी की जानवरों के लिए चारा काट रहे थे या अपने जानवरों के नहीं, लिए? किसी के लिए। मजदूरी कर रहे थे। हाँ जी। बाबा को देखा है? थोड़ा थोड़ा याद है, ज़्यादा नहीं। किस तरह के थे?
वो ठीक है ना, अच्छे थे, प्यार करने वाले थे या लड़ाई करने वाले थे? बहुत वो प्यार करने वाले थे। आज तक उसने कभी किसी से झगड़ा नहीं किया और ना मुझे कुछ कहा है। बहुत छोटे से थे जब बाबा कत्ल हो गए? 5-1 साल का था। याद तो होगा? थोड़ा बहुत याद। वो दिन याद है? हाँ, दिन याद है मुझे। जिस दिन बाबा की डेड बॉडी घर आई वो वक्त याद है? थोड़ा सा धुंधला धुंधला याद है। मैं उस वक्त मामू के घर को ठहरा हुआ था, तो जब बॉडी आई थी उस वक्त मैं आया था। उस पर थोड़ा याद है, ज़्यादा नहीं। फिर जैसे जैसे बड़े हो रहे थे, जैसे जैसे पता चल रहा था कि मेरे बाबा को कत्ल किया गया है, तब दिल में दिमाग में क्या आता था? बस बदला लेने की चाहत थी और कुछ भी नहीं। अब पकड़ा गया है, कानून ने पकड़ लिया है, तो बदला या फिर कानून के मुताबिक सज़ा? अब कानून ने पकड़ा तो कानून के मुताबिक ही होगी। नाजरीन, शऊर का ये लेवल है कि बच्चे स्कूल नहीं जा पाए। ये बच्चा जो शायद 17-18 बरस का है, वालिद के जाने के बाद लोगों के डेरों पर लोगों के जानवर संभालता था और चारा काटते हुए अपना एक बाजू कटवा बैठा। रियासत ज़िम्मेदार है क्योंकि इनके 15 साल का हिसाब रियासत को देना है। 15 साल तक एक मफरूर मुलजिम क्यों पुलिस की पहुंच से दूर रहा, और अगर पकड़ा गया है तो उसे कब करार वाकई सज़ा मिलेगी? टीम मुजरिम कौन, ये सवाल पूछती है। नाज़रीन, थाना सिटी तांदलियावाला की हुदूद में आज से 15 बरस कबल एक शख्स कत्ल होता है। गुलाम अब्बास, जो एक मामूली तनाज़े पर अपनी जान से हाथ धो बैठता है और कातिल उसको कत्ल करने के बाद फ़रार हो जाता है। 15 साल तक ये शख्स कानून नाफिज करने वाले इदारों की आंखों में धूल झोंकते हुए राह फ़रार इख्तियार किए रखता है, लेकिन आखिरकार ये कानून के शिकंजे में आ जाता है। कब, कैसे और कहां कत्ल इसने किया और कैसे इसको ट्रेस आउट किया गया, ये जानने के लिए हम मौजूद हैं थाना सिटी तांदलियावाला में, और हमारे साथ मौजूद हैं SHO थाना सिटी तांदलियावाला इंस्पेक्टर शुएब शेख। उनसे मज़ीद तफसीलात जानते हैं। अस्सलाम वालेकुम सर, बहुत शुक्रिया आपके वक्त का। सर बताइएगा, क्या केस था ये, कब से ये मफरूर था मुलजिम, और फिर कैसे कैसे इसको ट्रैक किया गया? जी वालेकुम सलाम जी, बहुत शुक्रिया जी आपकी तशरीफ़ आवरी का और पुलिस के जो पॉजिटिव वर्क है उसको हाईलाइट करने का। ये 27 जून 2010 को अफसोसनाक वाक़या जो है वो वक़ूअ पज़ीर हुआ था, जिसमें जो मकतूल है गुलाम अब्बास अपनी बेटी के साथ जा रहा था गांव में। तो जो मुलजमान है उन्होंने ज़मीन के तनाज़े की वजह से फायरिंग की, जिसमें जो गुलाम अब्बास था वो ज़्यादा मजरूब हो गया और मौका पर ही जो है वो एक्सपायर हो गया। जबकि उसकी जो बेटी थी अक्सा बीबी, अब तो वो माशाल्लाह जवान हो गई है, तो वो भी ज़ख्मी हुई थी। तो इसके लिए पहले भी जो था काफ़ी सारी जो थी टीम तश्कील दी जाती रही है। तो अभी जो रिसेंटली था हमारे जो RPO साहब फैसलाबाद और जनाब CPO साहब फैसलाबाद की जो हदायत पे जो हमारे SP साहब हैं, टाउन SP साहब, उनकी ज़ेर निगरानी टीम तश्कील दी गई थी। तो अल्हम्दुलिल्लाह उसमें हमने जो अपने टारगेट को अचीव किया और इसको हमने कराची से गिरफ़्तार किया है और करीबन हमें अपने टारगेट को अचीव करने में 1.5 माह का वक्त लगा। सर कराची बज़ाते खुद इतना बड़ा शहर है कि शायद दुनिया के नक्शे पे चंद मुल्क ऐसे हैं जो कराची से छोटे हैं। कराची जैसे बड़े शहर में क्या सिर्फ इंफॉर्मेशन की बेस पे पुलिस जो है वो उसको लोकेट करके रेड करने जाती है, या फिर ये कंफर्म कुछ ऐसा होता है, कोई टेक्निकल सोर्सेज को यूज़ किया जाता है? क्या ऐसी पुख्ता इंफॉर्मेशन होती है जो यहाँ से तांदलियावाला से पुलिस पार्टी कराची जाती है और फिर इतनी स्ट्रगल करने के बाद इसको अरेस्ट करती है? ये क्या सीक्वेंस कैसे बनाती है पुलिस? देखिए जी, सबसे पहले तो जो इंफॉर्मेशन जनरेट होती है उसमें ह्यूमन सोर्स ही होता है। उसके बाद जो टेक्निकल इन्फॉर्मेशन होती है, जो टेक्निकल रिसोर्सेज होते हैं, हमारी जो सिस्टर एजेंसीज़ हैं वो हमें जो है वो कोऑर्डिनेट करती हैं। उसके बाद चूँकि वो सूबा सिंध है तो उसके लिए हमें पहले जनाब IG साहब पंजाब और जो होम सेक्रेटरी पंजाब हैं उनसे इजाज़त लेनी पड़ी, और उसके बाद जो जनाब IG सिंध है और होम सेक्रेटरी सिंध है उनकी बाकायदा अप्रूवल के बाद जो है वो फिर मुतलका जो पुलिस थी उसने हमें वहाँ पे असिस्ट किया। तो अल्हम्दुलिल्लाह जो तमाम टीम थी जो इसमें शामिल थी, तमाम लोगों ने बड़ी मेहनत और जांफिशानी से काम किया, तो जिसकी वजह से जो कामयाबी है वो पूरी टीम के हिस्से में आई है। शुएब भाई बताइएगा कि पंजाब में अगर एक डिस्ट्रिक्ट से दूसरे डिस्ट्रिक्ट में
وہ تو ایک ہی چین آف کمانڈ ہوتی ہے, ایک آئی جی صاحب ہیں ان کے انڈر ہے, اور ان سب کو ایس او پیز ان کی سیم ہے. جب بات دوسرے پروونس کی چلی جاتی ہے, جب انٹر پنجاب اینڈ سندھ کوآرڈینیشن ہوتی ہے, تو کیا یہ پروسیس ایزی ہوتا ہے, کوئک ہوتا ہے, یا پھر یہ ایسا ہے کہ جس کو ہم سادہ لفظوں میں کہہ دیتے ہیں کہ تھکا دینے والا پروسیس ہوتا ہے؟ دیکھیں یہ ہوتا تو ٹائم کنزیومنگ ہے, اس میں وقت بھی لگتا ہے اور محنت بھی ہوتی ہے, لیکن چونکہ ٹارگٹ ایسا ہوتا ہے کہ اچیو کرنے کے بعد جو ہمیں محکمانہ ہماری جو اپریسیشن ہے یا جو ہمیں جو ہمارا ضمیر مطمئن ہوتا ہے, تو ان دونوں چیزوں کی وجہ سے ہم جو ہے نا وہ ہمیں تھکنے نہیں دیتی ہیں یہ دونوں چیزیں. یہ ملزم جو ہے جس کو آپ نے کراچی سے اریسٹ کیا ہے, شعیب بھائی ہمارے سورسز یہ بتاتے ہیں کہ یہ ایک قتل کرنے کے بعد تو بھاگا ہی تھا, یہ پولیس کو اور بہت سارے مقدمات میں مطلب یہ ریکارڈ یافتہ تھا, اس کے ایک کچھ جگہوں پہ اس کو سزا بھی ہو چکی تھی, کچھ کیسز میں یہ انڈر ٹرائل بھی تھا, اس کے باوجود یہ جو ہے یہ قتل کر کے بھاگ گیا. ایسے لوگ جو ہیں وہ کیسے آزاد پھر رہے ہوتے ہیں شعیب بھائی؟ کیا اس سے پہلے جو مقدمات تھے ان کے مدعی جو ہیں وہ صلح کر لیتے ہیں, یا ہمارا کہیں پہ پروسیکیوشن میں لوپ ہول رہ جاتا ہے؟ کیا ایسا ہوتا ہے کہ ایک شخص جو پولیس کی فائل پر ہے آلریڈی, جو پولیس کے رڈار پر ہے آلریڈی, وہ پھر اتنا ہینیس کرائم کر کے اس کے بعد جو ہے وہ پھر فرار ہو جاتا ہے؟ دیکھیں جو اس طرح کے ملزمان ہوتے ہیں وہ سب سے پہلے اپنی شناخت جو ہے وہ چینج کر لیتے ہیں, اپنا نام, اپنا گیٹ اپ, اپنی جو ہے وہ مکمل طور پہ جو لوکیلٹی ہے اس کو چھوڑ دیتے ہیں, جس کی وجہ سے وہ پرلونگ کر جاتے ہیں, اور جو قانون نافذ کرنے والے ادارے ہیں یا پولیس ہے اس کی نظر سے جو ہے وہ دور رہتے ہیں. اچھا, ایک سوال ہے جو ہمارے ناظرین ضرور جاننا چاہیں گے شعیب بھائی, یہ کراچی فرار ہو گیا تھا, ایک ٹرم ہم سنتے ہیں کچے کا علاقہ. اگر اس طرح کے جو کرمنلز ہیں وہ کچے کے علاقے میں فرار ہو جائیں تو پھر کیا زیادہ مشکل ہو جاتا ہے ان کو لوکیٹ کرنا؟ کیونکہ ان کے جو کچے کے ڈاکو آج کل مشہور ہیں وہ ٹیکنالوجی کو بھی سمجھتے ہیں, وہ اپنے فٹ پرنٹس مٹانے کے بھی ماسٹر ہیں, وہ یوز بھی نہیں کرتے. تو اگر خدا نخواستہ یہ ان علاقوں میں گیا ہوا تو پھر کیا زیادہ مشکل پیش آتی؟ دیکھیں یہ جو ہر انسیڈنٹ ہوتا ہے یہ ویری کرتا ہے, تو ہر سچویشن جو ہے وہ ڈیفرنٹ ہوتی ہے, جو ہر طرح کی سچویشن ہے اس کے مطابق ہی جو ہے نا وہ اسٹریٹجی اپنائی جاتی ہے. اچھا, تاندلیاں والا میں آپ اپوائنٹ ہوئے ہیں شعیب بھائی, اور آپ نے ظاہر ہے وہ پریورٹی وائز کیسز کو, ہینیس کرائمز کو, جیسے کہ اعلیٰ چین آف کمانڈ جو ہے آپ کی وہ بھی ایسے ہی ہے کہ ان کی پریورٹیز ہیں کہ جو بڑے کرائمز ہیں ان کے جو کرمنلز ہیں وہ چاہے پاتال میں بھی چھپے ہوئے ہیں. جیسے ہم نے بہت سارے رپورٹ کیے ہیں کہ ابھی آئی جی صاحب کی زیر نگرانی بہت سارے ملزمان کی اریسٹ کے لیے انٹرپول سے رابطہ کیا گیا ہے, بیرون ممالک سے بھی اریسٹ کیا جا رہا ہے ان کو. کیسے آپ اس کو کیٹیگرائز کیسے کرتے ہیں؟ ظاہر ہے ایک پولیس آفیسر جب ایک پولیس اسٹیشن میں آتا ہے اس کے سامنے ایک بڑا لمبا پلندہ ہوتا ہے, فائلز کا ایک ڈھیر ہوتا ہے, اس کو پھر کیٹیگرائز کیسے کرتے ہیں؟ دیکھیں یہ جو موجودہ کمپین ہے, جو اشتہاری ملزمان ہے جو اسپیشلی اے کیٹیگری کے ہیں, وہ جناب سی ایم صاحب پنجاب اور جناب آئی جی صاحب ان کے ویژن کے مطابق کمپین جو چل رہی ہے. اور یہ میں آپ کو بتاتا چلوں کہ جو اریسٹ ہے اشتہاری ملزمان کی جو اے کیٹیگری کے پی اوز ہیں اسپیشلی جو قتل کے ہیں, یہ کے پی آئیز میں شامل ہیں. تو یہ جو کے پی آئیز ہیں جو آئی جی آفس تک جاتی ہیں یہ ان میں شامل ہے. یہ اس ملزم سے جو آلۂ قتل تھا وہ چیز برآمد ہو گئی ہے کیا؟ ایک مطلب ایک مضبوط کیس جو ہے وہ کیا اس کے خلاف فائل ہوگا یا ہونے جا رہا ہے تاکہ اس کو قرار واقعی سزا مل سکے؟ جی بالکل, اس میں جو اعلیٰ قتل تھا وہ 244 بور رائفل تھی جو ریکور ہو چکی ہے, اور انشاءاللہ جو تمام تفتیش کے مراحل ہیں ان کو جو کامیابی سے پائے تکمیل تک پہنچاتے ہوئے انشاءاللہ ملزم جو وہ کوئی ایسا سکم نہیں چھوڑا جائے گا تفتیش میں یا پروسیکیوشن میں, یہ انشاءاللہ ملزم بالکل سزا ہوگا. شعیب بھائی یہ بتائیے گا, آپ کا بہت ویسٹ ایکسپیرینس ہے, آپ نے ایس ایچ او کے طور پہ بہت ڈیوٹی کی ہے, آپ شہری علاقوں میں بھی رہے ہیں. تاندلیاں والا بیسیکلی اس میں بہت سارا دیہی علاقہ شامل ہوتا ہے. نیچر آف کرائم میں کتنا فرق ہوتا ہے؟ آپ ایک اربن اور رورل ایریا میں کتنا ڈفرینس ہوتا ہے نیچر آف کرائم کا؟ دیکھیں جو سٹی ایریاز ہیں وہاں پہ جو کرائم کا پیٹرن ہے وہ ڈفرینٹ ہوتا ہے, اور جو یہ مضافاتی علاقے ہیں رورل جو ہے بیلٹ ہے اسپیشلی وہ پولیس اسٹیشنز جو دریا کے ساتھ ہیں یا انٹر ڈسٹرکٹ باؤنڈری ہے,
تو وہاں پہ مسائل جو ہے وہ زیادہ ہوتے ہیں اور کرائم کا پیٹرن بھی اسی لحاظ سے ڈفرینٹ ہوتا ہے. تو ہم اسی کو مد نظر رکھتے ہوئے جو اپنی اسٹریٹجی ہے جو ہماری ہوتی ہے اس کو ہم بناتے ہیں. یہ جو خاص طور پہ جو دریا کے علاقے ہیں اور جو رورل ایریاز ہیں ان میں ٹیکنالوجی اتنا میٹر نہیں کرتی, تو کیا یہاں پہ پھر ایک آفیسر کو اپنی جو ہیومن انٹیلیجنس ہے, جو لوکل سورسز ہیں, ان کو زیادہ ایکٹیویٹ رکھنا پڑتا ہے؟ جی بالکل, یہ دونوں چیزیں جو ہے وہ پیرلل چلتی ہیں. دونوں پیرالل چلتی ہیں. ناظرین اکرام, انسپیکٹر شعیب شیخ ہمارے ساتھ موجود تھے, SHO ہیں تھانہ سٹی تاندلیاں والا کے, اور بتا رہے تھے کہ کیسے 15 سال قبل قتل کر کے فرار ہونے والا ملزم پولیس نے جو ہے وہ اپنی محنت اور پیشہ ورانہ مہارت سے کراچی سے جا کر گرفتار کیا. شعیب شیخ ہمیں بتا رہے تھے کہ کس طریقے سے یہ 15 سال تک قانون کی آنکھوں میں دھول جھونکنے کی کوشش کرتا رہا. بہت ساری لوکیشنز اس نے چینج کی, اپنا حلیہ تبدیل کیا. ایون بسا اوقات ایسے ملزمان اپنا نام اور پورے کا پورا جو حلیہ ہے وہ تبدیل کر لیتے ہیں, لیکن مجرم چاہے جتنا بھی شاطر اور چالاک کیوں نہ ہو, اپنا کوئی نہ کوئی نشان, کوئی نہ کوئی کلو ضرور چھوڑ جاتا ہے, اور وہی کلو جب قانون کے ہاتھ میں آتا ہے تو اسی لیڈ کو فالو کرتے ہوئے قانون کے ہاتھ اس تک پہنچ جاتے ہیں. ملزم زیر حراست ہے, اس کے خلاف ایک مضبوط کیس بھی فائل کیا جا رہا ہے تاکہ اسے قرار واقعی سزا دلوائی جائے. ٹیم مجرم کون موجود ہے تھانہ سٹی تاندلیاں والا میں, جہاں 15 برس قبل قتل کر کے مفرور اشتہاری ملزم جو ہے وہ دھر دبوچا. پولیس نے فیملی کے ساتھ بات ہو رہی ہے, بچوں کی گفتگو آپ نے سنی, بیوہ کی بات سنی. ہمارے ساتھ مقتول کا بھانجا جو کہ اس کا داماد بھی ہے, بڑی بیٹی کی شادی جس طرف ہوئی, وہ موجود ہیں. ان سے بات کرتے ہیں کیونکہ بچوں کو بالکل بھی یاد نہیں ہے, یہ بہت کم سن تھے, بہت چھوٹے تھے جب یہ واقعہ ہوا. تو ان سے جانتے ہیں. السلام علیکم بھائی, اپنا نام بتائیے گا. اصغر علی. اصغر بھائی بتائیے گا کیسے یہ واقعہ ہوا 2010, آج سے 15 برس قبل آپ کے جو ہے ماموں ان کو قتل کیا گیا, کیوں, کس بات پہ, اور کیا کیا کچھ آپ کو یاد ہے؟ جی مجھے یاد تو ایکچولی میں اس وقت پاس تو نہیں تھا, لیکن یہ پتہ چلا کہ بننے کا تنازع تھا. مطلب تنازع یہ کہ اس روکا گیا ماموں نے کہ یہ یار ایسے لڑائی جھگڑا کر رہے ہو تو نہ کرو, یہ بننے کا تھوڑا سا مسئلہ ہے, دفع کرو. اس بات پہ اسے انا کی وجہ سے اسے قتل کر دیا گیا. تو باقی یہ شروع سے کریمنل مائنڈ تھا اس کا, یہ 324 بھی اس پہ لگی ہوئی ہے, 392 کا بھی ملزم ہے, آئی تھنک 95-96 کا یہ عادی مجرم ہے. اس کے بعد بھی اس نے یہ 15-20 دن پہلے یہ جو ہے نا منشیات کے کیس سے بری ہو کے ضمانت پہ آیا تھا. تو یہ اس کے لیے یہ چھوٹی بات ہوگی, لیکن یہ اس فیملی کے لیے تو بہت بڑی بات ہے. ایک پورا خاندان, ایک پورا ہنستا بستا ہوا گھر اجاڑ دیا. جی بالکل. یہ آج دیکھیں, یہ بندہ جو لوگوں کی مدد کرتا تھا, حالانکہ محنت مزدوری کرتا تھا اور لوگوں کا درد جو ہے نا دل میں اپنے رکھتا تھا, اس کی فیملی کو جو ہے نا اس چوراہے پہ کھڑا کر دیا ہے کہ اس کے حالت آپ کے سامنے ہے. بچیاں پڑھ نہیں سکی ہیں, بچے محنت مزدوری بھی ابھی کرنے کے قابل نہیں ہے. اور بچہ, سب سے بڑی ٹریجڈی کی بات یہ ہے کہ بچہ, ایک یتیم بچہ لوگوں کے جانور سنبھال رہا ہے, چارہ کاٹ رہا ہے, اور چارہ کاٹتے ہوئے اپنا بازو گنوا بیٹھتا ہے. گنوا بیٹھا ہے, اور ایک بچہ پیٹ میں تھا, اور یہ سارے آپ کے سامنے ہیں. یہ ابھی بچیاں اس حالت میں نہیں ہے کہ اپنا شام کا جو ہے نا کھانا بھی اویل کر سکیں. تو بس یہ آپ کو جب اطلاع ملی اور ہاسپٹل میں جب آپ پہنچے تو کیا کسی کے ساتھ مقتول کی کوئی بات چیت ہوئی, یا پھر آپ کے ورثاء کے پہنچنے سے پہلے وہ دم توڑ چکے تھے؟ جی بالکل, ہمیں تو خبر بعد میں ملی ہے. تو اس وقت جب پہنچے ہیں, ہم ہاسپٹل میں پہنچے ہیں, تو یہاں پہ ڈیڈ باڈی ہمیں ملی ہے. اس کا میرے خیال میں ان کی کسی سے بھی بات نہیں ہو سکی. راستے میں جو ہے نا اس کی ڈیتھ ہو گئی ہے, اور وہاں سے یہ لواحقین تو تھوڑی سی دیر میں پہنچے ہیں, تو جب آس پاس والے اٹھا کے لے ہیں راستے میں, تو اس کی ڈیتھ. مقتول کی بیٹی ایک جو ہے وہ آپ کے نکاح میں ہے, آپ اس کے شوہر ہیں, ظاہر ہے آپ اس فیملی کے ساتھ ڈائریکٹلی کنیکٹڈ بھی ہیں. بھانجا ایک اپنا ریلیشن ہے, آپ داماد بھی ہیں اس گھر کے. ان کا گزر بسر اب کیسے ہو رہا ہے, کیسے ان کے حالات کیا ہیں؟ گزر بسر تو بالکل ہی جو ہے نہ ہونے کے برابر ہے. بتا تو رہا ہوں کہ یہ محنت مزدوری کر کے یہ جو میری ساس یہ لوگوں کے گھر میں کام کرتی ہے, اور باقی بچے بھی جو ہے نا یہ چھوٹے بچے ہیں, ابھی تک یہ کچھ کر بھی نہیں سکتے ہیں, لیکن جو بھی تھوڑا بہت ہاتھ ہلا کر, یہ بچہ بھی دیکھا ہے آپ نے, اس کا بازو کٹ کے اسی وجہ سے کہ ہمیں شام کا کھانا مل سکے. تو اچھا مجھے بتائیں کہ اگر آپ کے ماموں, اللہ ان کو جنت نصیب کرے, اگر وہ زندہ ہوتے تو آپ سمجھتے ہیں کہ حالات کچھ اور ہوتے؟
جی हालात तो बहुत ही कुछ और होते हैं ना, ये कम से कम ये आजकल के जो दौर चल रहा है इस दौर में भी ये बच्चे जो है ना पढ़ नहीं लिख सके और ना ही इनको इतना शऊर है, मतलब जो पढ़ा लिखा है स्कूल ही नहीं गया उसको अब इतनी क्या समझ होगी कि वो मतलब वो बेशक वो मज़दूर आदमी था, मेहनत करता था, लेकिन वो एटलीस्ट वो अपना खून पसीना बहाकर अपनी फैमिली को इतना सपोर्ट ज़रूर करता कि अपने बच्चों को दौरे हाज़िर के मुताबिक थोड़ा थोड़ा ही सही लेकिन चला सकते थे। जी बिल्कुल। अभी जो बड़ी बेटी मेरे घर में वो उस वक्त मेरे ख्याल में तीसरी चौथी क्लास में पढ़ रही थी, इस वजह से उनकी डेथ के बाद उसे भी छोड़ना पड़ा, बाकी बच्चे तो बाद की बात है। नाज़रीन किराम, फैमिली की बात आपने सुनी, ख़ानदान की, बच्चों की, बेवा की और भांजा जो उस वक़्त नौजवान था, अभी उसी मकतूल की एक बेटी इसके निकाह में है। मुख्तसरन ये है नाज़रीन किराम कि एक शख्स जो दुनिया से चला गया, जिसे कत्ल कर दिया गया, उसकी फ़ैमिली कसम पुरसी की हालत में है। अगर उसके बच्चे पढ़ जाते तो शायद इनके हालात कुछ और होते। और मुल्ज़िम जो कत्ल करने के बाद फ़रार हुआ, उसके बारे में ज़राए ये बताते हैं कि वो एक आदी मुजरिम था। उसने पहले भी कई जुर्म किए थे और कई जराइम में पुलिस को मतलूब और सज़ा याफ्ता भी था। ऐसे दरिंदों का कब ख़ात्मा होगा, कब रियासत इस तरह हरकत में आएगी कि मज़ीद कोई ग़ुलाम अब्बास बेगुनाह मौत ना मारा जाए और बच्चे यतीम ना हों। नाज़रीन, आज के मुजरिम कौन में हमने आपको दिखाया कि कैसे थाना सिटी तांदलियावाला पुलिस ने 15 बरस कबल कत्ल करके फ़रार होने वाले इश्तिहारी मुल्ज़िम को गिरफ़्तार किया। मुल्ज़िम के ख़िलाफ़ एक मजबूत केस भी तैयार है ताकि उसे करार वाकई सज़ा दिलवाई जा सके। शुएब अल्ताफ़ को टीम मुजरिम कौन के साथ दीजिए इजाज़त। अल्लाह हाफ़िज़।